ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਦੇ ਵਿੱਚ ਕੁਝ ਵਿਚਿੱਤਰ ਵਿਸ਼ੇਸ਼ਤਾਵਾਂ ਵੀ ਹਨ। ਜਿਵੇਂ ਆਪਾਂ ਗੱਲ ਕਰੀਏ ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਦੀ, ਇੱਕ ਪਾਸੇ ਤਾਂ ਸੰਵਿਧਾਨ ਰਾਸ਼ਟਰਪਤੀ ਨੂੰ ਨਾਮ ਮਾਤਰ ਦਾ ਮੁਖੀ ਕਹਿੰਦਾ ਹੈ, ਪਰ ਜਦੋਂ ਦੇਸ਼ ਵਿੱਚ ਆਪਾਤਕਾਲੀਨ ਸੰਕਟ ਆ ਜਾਣ ਤਾਂ ਉਸ ਸਮੇਂ ਰਾਸ਼ਟਰਪਤੀ ਦੇਸ਼ ਦਾ ਮੁਖੀ ਹੁੰਦਾ ਹੈ। ਪਿਆਰੇ ਵਿਦਿਆਰਥੀਓ, ਮੈਂ ਹਾਂ ਦਵਿੰਦਰ ਸ਼ਰਮਾ, ਸਮਾਜਿਕ ਵਿਗਿਆਨ ਅਧਿਆਪਕ ਜ਼ਿਲ੍ਹਾ ਕਪੂਰਥਲਾ ਤੋਂ, ਤੇ ਮੈਂ ਤੁਹਾਡੇ ਲਈ ਅੱਜ ਲੈ ਕੇ ਆਇਆ ਹਾਂ 10ਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੇ ਨਾਗਰਿਕ ਸ਼ਾਸਤਰ ਭਾਗ ਦੇ 10ਵੇਂ ਪਾਠ ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਦੇ ਤੀਸਰੇ ਭਾਗ ਦੇ ਵਿੱਚ ਮੈਂ ਤੁਹਾਡੇ ਨਾਲ ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਸੰਬੰਧੀ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗਾ। ਵਿਦਿਆਰਥੀਓ, ਭਾਰਤੀ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਤੇ ਆਉਣ ਤੋਂ ਪਹਿਲਾਂ ਆਪਾਂ ਇਸ ਪਾਠ ਵਿੱਚ ਪੜ੍ਹ ਚੁੱਕੇ ਹਾਂ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ। ਉਸ ਤੋਂ ਬਾਅਦ ਆਪਾਂ ਪ੍ਰਸਤਾਵਨਾ ਨੂੰ ਪੂਰੇ ਵਿਸਥਾਰ ਦੇ ਨਾਲ ਜਾਣਿਆ ਹੈ। ਉਸ ਤੋਂ ਬਾਅਦ ਅਸੀਂ ਭਾਰਤ ਦੇ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਸੰਬੰਧੀ ਪੜ੍ਹਿਆ ਹੈ, ਜਿਸ ਵਿੱਚੋਂ ਕੁਝ ਵਿਸ਼ੇਸ਼ਤਾਵਾਂ ਜੇ ਤੁਹਾਨੂੰ ਯਾਦ ਹੋਵੇ ਤਾਂ ਅਸੀਂ ਪੜ੍ਹਿਆ ਸੀ ਕਿ ਭਾਰਤੀ ਸੰਵਿਧਾਨ ਲੰਬਾ, ਵਿਸਤ੍ਰਿਤ ਹੈ, ਲਚਕੀਲਾ ਵੀ ਹੈ, ਕਠੋਰ ਵੀ ਹੈ, ਸੰਘਾਤਮਕ ਸਰਕਾਰ ਵੀ ਇਸ ਵਿੱਚ ਹੁੰਦੀ ਹੈ, ਫੈਡਰਲ ਸਿਸਟਮ ਜਿਹਨੂੰ ਆਖਦੇ ਹਨ, ਸੁਤੰਤਰ ਤੇ ਨਿਰਪੱਖ ਨਿਆਂਪਾਲਿਕਾ ਹੈ ਭਾਰਤ ਦੀ, ਹਾਈ ਕੋਰਟ ਹੈ, ਸੁਪਰੀਮ ਕੋਰਟ ਹੈ, ਜ਼ਿਲ੍ਹਾ ਪੱਧਰੀ ਭਾਰਤ ਵਿੱਚ ਅਦਾਲਤਾਂ ਹਨ। ਇਸ ਤੋਂ ਬਾਅਦ ਆਪਾਂ ਸੰਸਦੀ ਸਰਕਾਰ ਪੜ੍ਹੀ ਸੀ। ਫਿਰ ਆਪਾਂ ਬਾਲਿਗ ਮਤ ਵੋਟ ਅਧਿਕਾਰ ਤੇ ਵੀ ਆਪਾਂ ਆਏ ਸੀ, 18 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਦੀ। ਇਸ ਤੋਂ ਬਾਅਦ ਆਪਾਂ ਹੁਣ ਮੌਲਿਕ ਅਧਿਕਾਰਾਂ ਦੀ ਗੱਲ ਕਰਾਂਗੇ ਕਿ ਭਾਰਤੀ ਨਾਗਰਿਕਾਂ ਦੇ ਕਿਹੜੇ-ਕਿਹੜੇ ਮੌਲਿਕ ਅਧਿਕਾਰ ਹਨ। ਭਾਰਤੀ ਸੰਵਿਧਾਨ ਦੇ ਤੀਸਰੇ ਭਾਗ ਵਿੱਚ ਅਨੁਛੇਦ 14 ਤੋਂ 32 ਨਾਗਰਿਕਾਂ ਦੇ ਮੌਲਿਕ ਅਧਿਕਾਰ ਦਿੱਤੇ ਹੋਏ ਹਨ। ਇਹ ਮੌਲਿਕ ਅਧਿਕਾਰ ਸਭ ਨਾਗਰਿਕਾਂ ਲਈ ਸਮਾਨ ਹਨ। ਇਹਨਾਂ ਨੂੰ ਮੌਲਿਕ ਅਧਿਕਾਰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਸੰਵਿਧਾਨ ਵਿੱਚ ਦਰਜ ਕੀਤੇ ਗਏ ਹਨ। ਜਿੱਥੇ ਆਮ ਸਧਾਰਨ ਅਧਿਕਾਰਾਂ ਨੂੰ ਸਧਾਰਨ ਕਾਨੂੰਨੀ ਪ੍ਰਕਿਰਿਆ ਦੁਆਰਾ ਬਦਲ ਸਕਦੇ ਹਾਂ, ਉੱਥੇ ਮੌਲਿਕ ਅਧਿਕਾਰਾਂ ਵਿੱਚ ਇੰਨੀ ਆਸਾਨੀ ਦੇ ਨਾਲ ਬਦਲਾਵ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹਨਾਂ ਦੇ ਪਿੱਛੇ ਕਾਨੂੰਨੀ ਸੰਵਿਧਾਨਕ ਗਾਰੰਟੀ ਹੁੰਦੀ ਹੈ। ਸੋ ਬੱਚਿਓ, ਆਪਾਂ ਤੁਹਾਡੇ ਨਾਲ ਇਸ ਟੌਪਿਕ ਤੇ ਪਹਿਲਾਂ ਵੀ 2 ਵਾਰੀ ਗੱਲ ਕੀਤੀ ਹੈ। ਆਪਾਂ ਹੁਣ ਗੱਲ ਕਰ ਰਹੇ ਹਾਂ ਸਾਡੇ ਅਧਿਕਾਰਾਂ ਦੀ। ਭਾਰਤ ਦੇ ਹਰ ਨਾਗਰਿਕ ਨੂੰ ਭਾਰਤ ਦੇ ਸੰਵਿਧਾਨ ਨੇ ਕੁਝ ਮੌਲਿਕ ਅਧਿਕਾਰ ਦਿੱਤੇ ਹਨ। ਮੌਲਿਕ ਅਧਿਕਾਰ ਅਤੇ ਸਧਾਰਨ ਅਧਿਕਾਰ ਵਿੱਚ ਬਸ ਇੰਨਾ ਹੀ ਫਰਕ ਹੈ ਕਿ ਜਿਸ ਅਧਿਕਾਰ ਨੂੰ ਸਾਡੇ ਸੰਵਿਧਾਨ ਨੇ ਦਿੱਤਾ ਹੋਇਆ ਹੈ ਉਹ ਸਾਡਾ ਮੌਲਿਕ ਅਧਿਕਾਰ ਹੈ। ਉਹ ਇੱਕ ਤਰ੍ਹਾਂ ਦੀ ਗਾਰੰਟੀ ਹੈ ਸਾਡੇ ਲਈ। ਸਾਡੀ ਇੱਕ ਕੋਸ਼ਿਸ਼ ਹੋਵੇਗੀ ਕਿ ਅਸੀਂ ਉਹ ਮੌਲਿਕ ਅਧਿਕਾਰਾਂ ਨੂੰ ਇੱਕ-ਇੱਕ ਕਰਕੇ ਪੜ੍ਹੀਏ। ਭਾਰਤ ਦੇ ਸੰਵਿਧਾਨ ਵਿੱਚ ਨਾਗਰਿਕਾਂ ਨੂੰ 6 ਪ੍ਰਕਾਰ ਦੀਆਂ ਸੁਤੰਤਰਤਾਵਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਨੂੰ ਨਾਗਰਿਕਾਂ ਦੇ ਮੌਲਿਕ ਅਧਿਕਾਰ ਕਿਹਾ ਜਾਂਦਾ ਹੈ। ਭਾਰਤ ਦਾ ਹਰੇਕ ਨਾਗਰਿਕ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਇਹਨਾਂ ਸੁਤੰਤਰਤਾਵਾਂ ਨੂੰ ਜਾਂ ਆਜ਼ਾਦੀ ਨੂੰ ਮਾਣ ਸਕਦਾ ਹੈ। ਸੋ ਇਹਦੇ ਨਾਲ ਇੱਕ ਸ਼ਰਤ ਲਾਈ ਹੈ, ਉਹ ਸ਼ਰਤ ਹੈ ਕਾਨੂੰਨੀ ਦਾਇਰੇ ਵਿੱਚ ਰਹਿ ਕੇ। ਠੀਕ ਹੈ ਬੱਚਿਓ। ਸੋ ਅਧਿਕਾਰਾਂ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਆਪਣੀ ਮਰਜ਼ੀ ਨਾਲ ਜੋ ਸਾਡੇ ਦਿਲ ਵਿੱਚ ਆਉਂਦਾ ਹੈ ਅਸੀਂ ਉਹ ਕਰੀ ਜਾਈਏ। ਸਾਡਾ ਅਧਿਕਾਰ ਉਦੋਂ ਤੱਕ ਹੀ ਸਾਡਾ ਅਧਿਕਾਰ ਹੈ ਜਦੋਂ ਤੱਕ ਸਾਡਾ ਅਧਿਕਾਰ ਕਿਸੇ ਦੂਸਰੇ ਨੂੰ ਨੁਕਸਾਨ ਨਾ ਪਹੁੰਚਾਉਂਦਾ ਹੋਵੇ। ਠੀਕ ਹੈ ਬੱਚਿਓ। ਹੁਣ ਮੈਂ ਉਦਾਹਰਨ ਦੇ ਤੌਰ ਤੇ ਕਹਾਂ ਕਿ ਮੈਂ ਇੱਕ ਵੱਡਾ ਸਾਰਾ ਸਪੀਕਰ ਲੈ ਕੇ ਤੇ ਕਿਸੇ ਦੇ ਦਰਵਾਜ਼ੇ ਅੱਗੇ ਲਾ ਦੇਵਾਂ ਤੇ ਮੈਂ ਕਹਾਂ ਮੇਰਾ ਅਧਿਕਾਰ ਹੈ, ਜਾਂ ਮੈਂ ਕਹਾਂ ਕਿ ਮੈਨੂੰ ਬੋਲਣ ਦੀ ਆਜ਼ਾਦੀ ਹੈ ਤਾਂ ਮੈਂ ਗੁਆਂਢੀ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦੇਵਾਂ। ਇਸ ਤਰ੍ਹਾਂ ਨਹੀਂ ਹੁੰਦਾ। ਸਾਨੂੰ ਕੁਝ ਮੌਲਿਕ ਅਧਿਕਾਰ ਸੰਵਿਧਾਨ ਨੇ ਦਿੱਤੇ ਹਨ, ਪਰ ਉਸ ਦੇ ਨਾਲ ਕੁਝ ਕਾਨੂੰਨੀ ਸ਼ਰਤਾਂ ਲਾਈਆਂ ਹਨ। ਸੋ ਆਪਾਂ ਇਹਨਾਂ ਮੌਲਿਕ ਅਧਿਕਾਰਾਂ ਨੂੰ ਇੱਕ-ਇੱਕ ਕਰਕੇ ਜਾਣਦੇ ਹਾਂ ਕਿ ਭਾਰਤ ਦੇ ਸੰਵਿਧਾਨ ਨੇ ਸਾਨੂੰ ਕਿਹੜੇ-ਕਿਹੜੇ ਮੌਲਿਕ ਅਧਿਕਾਰ ਦਿੱਤੇ ਹਨ। ਆਹ ਦੇਖੋ ਬੱਚਿਓ, ਮੌਲਿਕ ਅਧਿਕਾਰਾਂ ਨੂੰ ਆਪਾਂ ਇਸ ਮਾਈਂਡ ਮੈਪ ਦੇ ਨਾਲ ਵੀ ਸਮਝ ਸਕਦੇ ਹਾਂ ਕਿ ਭਾਰਤੀ ਨਾਗਰਿਕਾਂ ਦੇ
ਮੌਲਿਕ ਅਧਿਕਾਰ ਕਿਹੜੇ-ਕਿਹੜੇ ਹਨ। ਤਾਂ ਮੈਂ ਇੱਕ ਵਾਰੀ ਫਿਰ ਤੁਹਾਨੂੰ ਰਿਕੁਐਸਟ ਕਰਨੀ ਹੈ ਕਿ ਤੁਸੀਂ ਪਲੀਜ਼ ਇਹਨਾਂ ਨੂੰ ਆਪਣੀਆਂ ਕਾਪੀਆਂ ਉੱਪਰ ਨੋਟ ਕਰ ਲੈਣਾ, ਕਿਉਂਕਿ ਇਹ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਖਾਸ ਚੀਜ਼ ਹੈ। ਅੱਜ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਹਾਨੂੰ ਸੰਵਿਧਾਨ ਨੇ ਕਿਹੜੇ-ਕਿਹੜੇ ਅਧਿਕਾਰ ਦਿੱਤੇ ਹੋਏ ਹਨ ਤੇ ਤੁਹਾਨੂੰ ਕਿਹੜੀਆਂ-ਕਿਹੜੀਆਂ ਲਿਮਿਟੇਸ਼ਨਸ ਵੀ ਹਨ। ਲਿਮਿਟੇਸ਼ਨ ਨੂੰ ਕੀ ਕਹਾਂ ਮੈਂ, ਸੀਮਾਵਾਂ ਵੀ ਹਨ। ਸੋ ਕਿਰਪਾ ਕਰਕੇ ਇਹਨਾਂ ਸਾਰੇ ਪੁਆਇੰਟਸ ਨੂੰ ਤੁਸੀਂ ਆਪਣੀਆਂ ਨੋਟਬੁੱਕਸ ਉੱਪਰ ਨੋਟ ਕਰਨਾ ਹੈ। ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਸਮਾਨਤਾ ਦਾ ਅਧਿਕਾਰ। ਦੇਸ਼ ਆਜ਼ਾਦ ਹੋਣ ਸਮੇਂ ਭਾਰਤੀ ਸਮਾਜ ਵਿੱਚ ਅਨੇਕਾਂ ਅਸਮਾਨਤਾਵਾਂ ਦੀ ਭਰਮਾਰ ਸੀ। ਜਦੋਂ ਆਪਾਂ ਆਜ਼ਾਦ ਹੋਏ ਉਸ ਸਮੇਂ ਸਾਡੇ ਸਮਾਜ ਵਿੱਚ ਬਹੁਤ ਸਾਰੀਆਂ ਅਸਮਾਨਤਾਵਾਂ ਸਨ। ਕਿਹੜੀਆਂ-ਕਿਹੜੀਆਂ? ਜਿਵੇਂ ਲੋਕਾਂ ਵਿੱਚ ਧਰਮ, ਜਾਤ, ਰੰਗ, ਨਸਲ, ਬੋਲੀ ਅਤੇ ਸੱਭਿਆਚਾਰ ਆਦਿ ਪੱਖੋਂ ਵੰਡੀਆਂ ਪਾਈਆਂ ਹੋਈਆਂ ਸਨ। ਸੋ ਸੰਵਿਧਾਨ ਦੇ ਨਿਰਮਾਤਾਵਾਂ ਨੇ ਇਹਨਾਂ ਅਸਮਾਨਤਾਵਾਂ ਨੂੰ ਖਤਮ ਕਰਨ ਦੇ ਲਈ ਸਮਾਨਤਾ ਦੇ ਅਧਿਕਾਰ ਨੂੰ ਪਹਿਲ ਦੇ ਆਧਾਰ ਤੇ ਸੰਵਿਧਾਨ ਵਿੱਚ ਸ਼ਾਮਲ ਕੀਤਾ। ਸਾਡੇ ਸੰਵਿਧਾਨ ਵਿੱਚ ਨਾਗਰਿਕਾਂ ਨੂੰ ਹੇਠ ਲਿਖੀਆਂ ਸਮਾਨਤਾਵਾਂ ਜਾਂ ਹੇਠ ਲਿਖੇ ਅਧਿਕਾਰ ਜਿਹੜੇ ਹਨ ਉਹ ਦਿੱਤੇ ਗਏ ਹਨ। ਕਿਹੜੇ-ਕਿਹੜੇ ਹਨ? ਚਲੋ ਆਪਾਂ ਦੇਖੀਏ ਕਿਹੜੇ-ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਹਨ। ਲਓ ਜੀ, ਕਾਨੂੰਨ ਦੇ ਸਾਹਮਣੇ ਅਧਿਕਾਰ। ਇਹਦਾ ਮਤਲਬ ਇਹ ਹੈ ਕਿ ਹਰੇਕ ਭਾਰਤ ਵਾਸੀ ਨੂੰ, ਹਰੇਕ ਭਾਰਤ ਦੇ ਨਾਗਰਿਕ ਨੂੰ ਕਾਨੂੰਨ ਦੇ ਸਾਹਮਣੇ, ਹਰੇਕ ਭਾਰਤੀ ਕਾਨੂੰਨ ਦੇ ਸਾਹਮਣੇ ਬਰਾਬਰ ਹੈ ਅਤੇ ਹਰੇਕ ਤੋਂ ਸਮਾਨ ਕਾਨੂੰਨ ਲਾਗੂ ਹੁੰਦੇ ਹਨ। ਕਹਿਣ ਦਾ ਮਤਲਬ ਇਹ ਹੈ ਕਿ ਹਰੇਕ ਭਾਰਤ ਵਾਸੀ ਕਾਨੂੰਨ ਦੀਆਂ ਨਜ਼ਰਾਂ ਵਿੱਚ ਇੱਕ ਹੈ। ਕਾਨੂੰਨ, ਜਿਵੇਂ ਤੁਸੀਂ ਇਸ ਫੋਟੋ ਵਿੱਚ ਦੇਖ ਰਹੇ ਹੋ ਕਿ ਇਸ ਨੂੰ ਨਿਆਂ ਦੀ ਮੂਰਤੀ ਕਿਹਾ ਜਾਂਦਾ ਹੈ। ਇਸ ਨੇ ਅੱਖਾਂ ਉੱਪਰ ਪੱਟੀ ਬੰਨੀ ਹੋਈ ਹੈ। ਇਸ ਲਈ ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਭ ਬਰਾਬਰ ਹਨ। ਜਿਹੜਾ ਕਾਨੂੰਨ ਹੈ ਉਹ ਕਿਸੇ ਨੂੰ ਵੀ ਵੱਡਾ ਛੋਟਾ ਕਰਕੇ ਨਹੀਂ ਦੇਖਦਾ, ਉਸ ਲਈ ਸਾਰੇ ਸਮਾਨ ਹਨ। ਵਿਤਕਰੇ ਦੀ ਮਨਾਹੀ, ਇਹ ਵੀ ਪਹਿਲੇ ਨਾਲ ਹੀ ਰਲਦਾ ਹੈ ਕਿ ਸਾਡੇ ਦੇਸ਼ ਵਿੱਚ ਕੋਈ ਵੀ ਨਾਗਰਿਕ ਕਿਸੇ ਦੇ ਨਾਲ ਭਿੰਨ ਭੇਦ ਨਹੀਂ ਕਰੇਗਾ। ਭਾਵ ਰਾਜ ਦੀ ਨਜ਼ਰ ਵਿੱਚ ਸਾਰੇ ਨਾਗਰਿਕ ਬਰਾਬਰ ਹਨ। ਰਾਜ ਕਿਸੇ ਨਾਲ ਵੀ, ਇੱਥੇ ਰਾਜ ਦਾ ਮਤਲਬ ਸਰਕਾਰ ਤੋਂ ਹੈ, ਇੱਥੇ ਰਾਜ ਦਾ ਮਤਲਬ ਦੇਸ਼ ਤੋਂ ਹੈ, ਇੱਥੇ ਰਾਜ ਦਾ ਮਤਲਬ ਦੇਸ਼ ਦੀ ਸਰਕਾਰ ਤੋਂ ਹੈ, ਸੰਸਥਾਵਾਂ ਤੋਂ ਹੈ। ਉਹ ਕਿਸੇ ਨਾਲ ਰੰਗ, ਧਰਮ, ਜਾਤ, ਨਸਲ, ਬੋਲੀ ਅਤੇ ਸੱਭਿਆਚਾਰ ਦੇ ਆਧਾਰ ਤੇ ਕੋਈ ਵਿਤਕਰਾ ਨਹੀਂ ਕਰੇਗਾ। ਸੋ ਇਸ ਦੇ ਨਾਂ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਕੋਈ ਵੀ ਮਨੁੱਖ ਭਾਰਤ ਵਿੱਚ ਕਿਸੇ ਵੀ ਧਰਮ ਦਾ ਹੋਵੇ, ਕਿਸੇ ਵੀ ਜਾਤ ਦਾ ਹੋਵੇ, ਕਿਸੇ ਵੀ ਨਸਲ ਦਾ ਹੋਵੇ, ਕੋਈ ਵੀ ਬੋਲੀ ਕਿਉਂ ਨਾ ਬੋਲਦਾ ਹੋਵੇ, ਉਹਦਾ ਕਿਸੇ ਤਰ੍ਹਾਂ ਦਾ ਵੀ ਅਲੱਗ ਸੱਭਿਆਚਾਰ ਹੋਵੇ, ਉਸ ਵਿਅਕਤੀ ਦੇ ਨਾਲ ਕੋਈ ਦੂਸਰਾ ਵਿਅਕਤੀ ਇਸ ਕਰਕੇ ਭਿੰਨ ਭੇਦ ਨਹੀਂ ਕਰ ਸਕਦਾ, ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦਾ ਕਿ ਉਸ ਨੂੰ ਉਸ ਦੀ ਜਾਤੀ ਪਸੰਦ ਨਹੀਂ ਹੈ, ਉਸ ਨੂੰ ਉਸ ਦਾ ਰੰਗ ਪਸੰਦ ਨਹੀਂ ਹੈ, ਉਸ ਨੂੰ ਉਸ ਦਾ ਧਰਮ ਚੰਗਾ ਨਹੀਂ ਲੱਗਦਾ। ਇਸ ਤਰ੍ਹਾਂ ਕਾਨੂੰਨ ਬਿਲਕੁਲ ਕਿਸੇ ਨੂੰ ਇਸ ਤਰ੍ਹਾਂ ਕਰਨ ਦਾ ਅਧਿਕਾਰ ਨਹੀਂ ਦਿੰਦਾ। ਕਾਨੂੰਨ ਦੀਆਂ ਨਜ਼ਰਾਂ ਵਿੱਚ ਸਾਰੇ ਬਰਾਬਰ ਹਨ ਅਤੇ ਕੋਈ ਵੀ ਕਿਸੇ ਨਾਲ ਰੰਗ, ਧਰਮ, ਜਾਤ, ਨਸਲ, ਬੋਲੀ ਦੇ ਆਧਾਰ ਤੇ ਵਿਤਕਰਾ ਨਹੀਂ ਕਰਦਾ। ਜਿਵੇਂ ਤੁਸੀਂ ਦੇਖ ਸਕਦੇ ਹੋ ਇਸ ਤਸਵੀਰ ਦੇ ਵਿੱਚ ਇਹ ਸਾਰੇ ਬੱਚੇ ਜਿਹੜੇ ਹਨ ਖੇਡ ਰਹੇ ਹਨ ਅਤੇ ਇੱਕ ਬੱਚੇ ਨੂੰ ਬਾਹਰ ਰੱਖਿਆ ਹੋਇਆ ਹੈ। ਸੋ ਇਹ ਇੱਕ ਸਿਰਫ ਦੱਸਣ ਨੂੰ ਹੈ ਕਿ ਭਾਰਤ ਵਿੱਚ ਇਹ ਚੀਜ਼ਾਂ ਦੀ ਮਨਾਹੀ ਹੈ। ਭਾਰਤ ਦਾ ਸੰਵਿਧਾਨ ਇਸ ਬੱਚੇ ਨੂੰ ਵੀ ਗਾਰੰਟੀ ਦਿੰਦਾ ਹੈ ਕਿ ਤੂੰ ਇਹਨਾਂ ਵਿੱਚ ਜਾ ਕੇ ਖੇਡ ਸਕਦਾ ਹੈ, ਇਹ ਤੈਨੂੰ ਰੋਕ ਨਹੀਂ ਸਕਦੇ। ਅੱਗੇ ਜੀ, ਮੌਕਿਆਂ ਦੀ ਸਮਾਨਤਾ। ਮੌਕਿਆਂ ਦੀ ਸਮਾਨਤਾ ਵਿੱਚ ਅਸੀਂ ਕੀ ਦੇਖਦੇ ਹਾਂ ਕਿ ਭਾਰਤ ਦੇ ਸੰਵਿਧਾਨ ਨੇ ਹਰੇਕ ਨਾਗਰਿਕ ਨੂੰ ਬਰਾਬਰ ਦੇ ਮੌਕੇ ਦਿੱਤੇ ਹਨ। ਰਾਜ ਦੁਆਰਾ ਹਰੇਕ ਨਾਗਰਿਕ ਨੂੰ ਰੁਜ਼ਗਾਰ ਜਾਂ ਅਹੁਦੇ ਦੇ ਸਮਾਨ ਮੌਕੇ ਪ੍ਰਦਾਨ ਕੀਤੇ ਹਨ। ਠੀਕ ਹੈ ਜੀ, ਕਿਸੇ ਨੇ ਅਧਿਆਪਕ ਲੱਗਣਾ ਹੈ, ਉਹਦੀ ਕੋਈ ਜਾਤੀ ਹੋਵੇ, ਕੋਈ ਧਰਮ ਹੋਵੇ, ਕੋਈ ਰੰਗ ਹੋਵੇ, ਕੋਈ ਨਸਲ ਹੋਵੇ, ਉਸ ਨੂੰ ਸਰਕਾਰ ਵੱਲੋਂ ਜੋ ਨਿਸ਼ਚਿਤ ਕੀਤੀਆਂ
ਸ਼ਰਤਾਂ ਹਨ ਉਹਨਾਂ ਦਾ ਪਾਲਣ ਕਰਨਾ ਪਏਗਾ ਅਤੇ ਟੈਸਟ ਦੇ ਕੇ ਜਾਂ ਜੋ ਵੀ ਹੈ ਉਸ ਤਰ੍ਹਾਂ ਕਰਕੇ ਉਹ ਅਧਿਆਪਕ ਲੱਗ ਸਕਦਾ ਹੈ। ਕਿਸੇ ਨੂੰ ਵੀ ਇਸ ਕਾਰਨ ਅਧਿਆਪਕ ਲਾਉਣ ਤੋਂ ਸਰਕਾਰ ਨਾ ਨਹੀਂ ਕਰ ਸਕਦੀ ਕਿ ਤੇਰੀ ਜਾਤੀ ਇਹ ਹੈ, ਤੇਰਾ ਧਰਮ ਉਹ ਹੈ। ਇਸ ਤਰ੍ਹਾਂ ਦੀ ਕੋਈ ਵੀ ਜੋ ਹੈ ਸੰਵਿਧਾਨ ਚੀਜ਼ ਇਸ ਤਰ੍ਹਾਂ ਕਰਨ ਤੋਂ ਮਨਾਹੀ ਕਰਦਾ ਹੈ। ਸੋ ਭਾਰਤ ਵਿੱਚ ਹਰੇਕ ਨਾਗਰਿਕ ਨੂੰ, ਚਾਹੇ ਉਹਦੀ ਕੋਈ ਜਾਤ ਹੋਵੇ, ਕੋਈ ਧਰਮ ਹੋਵੇ, ਕੋਈ ਮਜ਼ਹਬ ਹੋਵੇ, ਉਸ ਨੂੰ ਹਰ ਤਰ੍ਹਾਂ ਦੇ ਮੌਕੇ ਵਿੱਚ ਸਮਾਨਤਾ ਮਿਲਦੀ ਹੈ। ਇਸ ਤੋਂ ਬਾਅਦ ਹੈ ਛੂਤ ਛਾਤ ਦੀ ਮਨਾਹੀ। ਭਾਰਤੀ ਲੋਕਾਂ ਨੇ ਆਜ਼ਾਦੀ ਤੋਂ ਪਹਿਲਾਂ ਬਹੁਤ ਲੰਮਾ ਸਮਾਂ ਛੂਤ ਛਾਤ ਜਿਹੀ ਜਿਹੜੀ ਜ਼ਹਿਮਤ ਸੀ ਇਹਨੂੰ ਭੋਗਿਆ। ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਸਦੀਆਂ ਤੋਂ ਚੱਲੀ ਆ ਰਹੀ ਇਸ ਅਲਾਮਤ ਨੂੰ ਸੰਵਿਧਾਨ ਦੁਆਰਾ ਖਤਮ ਕੀਤਾ। ਇਸ ਨੂੰ ਖਤਮ ਕੀਤਾ ਗਿਆ ਅਤੇ ਇਸ ਨੂੰ ਕਿਸੇ ਵੀ ਰੂਪ ਵਿੱਚ ਅਮਲ ਲਿਆਉਣ ਦੀ ਸੰਵਿਧਾਨ ਵਿੱਚ ਮਨਾਹੀ ਕੀਤੀ ਗਈ। ਸੋ ਛੂਤ ਛਾਤ ਵੀ ਇੱਕ ਜਾਤੀ ਪ੍ਰਥਾ ਵਾਂਗ ਹੀ ਹੁੰਦਾ ਹੈ ਕਿ ਤੇਰੀ ਜਾਤੀ ਛੋਟੀ ਹੈ, ਮੇਰੀ ਜਾਤੀ ਵੱਡੀ ਹੈ, ਮੇਰੀ ਜਾਤੀ ਛੋਟੀ ਹੈ, ਤੇਰੀ ਜਾਤੀ ਵੱਡੀ ਹੈ। ਸੋ ਇਹ ਜਿਹੜੀਆਂ ਚੀਜ਼ਾਂ, ਇਹਨਾਂ ਨੂੰ ਜੇ ਮੈਂ ਡਿਸਕ੍ਰਿਮੀਨੇਸ਼ਨ ਹੀ ਕਹਿ ਦੇਵਾਂ ਤਾਂ ਭਾਰਤ ਦੇ ਸੰਵਿਧਾਨ ਨੇ ਇਹਨਾਂ ਤੇ ਰੋਕ ਲਾਈ ਹੈ, ਕਿਉਂਕਿ ਆਜ਼ਾਦੀ ਤੋਂ ਪਹਿਲਾਂ ਇਹ ਜਿਹੜੀਆਂ ਕਮੀਆਂ ਸਨ ਇਹ ਸਾਡੇ ਸਮਾਜ ਵਿੱਚ ਸਨ। ਸੋ ਜਦੋਂ ਸੰਵਿਧਾਨ ਬਣਾਉਣ ਵਾਲਿਆਂ ਨੇ ਸੰਵਿਧਾਨ ਨੂੰ ਲਿਖਿਆ ਤਾਂ ਉਹਨਾਂ ਨੇ ਇਹਨਾਂ ਕਮੀਆਂ ਵੱਲ ਉਚੇਚੇ ਤੌਰ ਤੇ ਧਿਆਨ ਦਿੱਤਾ। ਇਸ ਤੋਂ ਅੱਗੇ ਹੈ ਉਪਾਧੀਆਂ ਜਾਂ ਖਿਤਾਬਾਂ ਦੀ ਸਮਾਪਤੀ। ਸੋ ਜਦੋਂ ਸੰਵਿਧਾਨ ਦਾ ਨਿਰਮਾਣ ਕੀਤਾ ਗਿਆ, ਸੰਵਿਧਾਨ ਲਿਖਿਆ ਗਿਆ, ਤਾਂ ਸਾਡੇ ਸੰਵਿਧਾਨ ਦੇ ਵਿੱਚ ਇਹ ਵਿਵਸਥਾ ਕੀਤੀ ਗਈ ਕਿ ਜਿਹੜੇ ਉਪਾਧੀਆਂ ਹਨ, ਜਿਹੜੇ ਸਨਮਾਨ ਹਨ, ਉਹ ਸਾਡੇ ਸੈਨਿਕਾਂ ਨੂੰ ਜਾਂ ਸਾਡੀਆਂ ਵਿਦਿਅਕ ਜਿਹੜੇ ਉਪਾਧੀਆਂ ਹੀ ਉਹ ਹੀ ਦਿੱਤੀਆਂ ਜਾਣਗੀਆਂ। ਹੋਰ ਕਿਸੇ ਵੀ ਕਿਸਮ ਦੀ ਉਪਾਧੀ ਜਾਂ ਖਿਤਾਬ ਨਹੀਂ ਦਿੱਤਾ ਜਾਵੇਗਾ। ਸੋ ਇਹ ਵੀ ਵਿਵਸਥਾ ਕੀਤੀ ਗਈ ਕਿ ਭਾਰਤ ਦਾ ਕੋਈ ਵੀ ਨਾਗਰਿਕ ਕਿਸੇ ਵਿਦੇਸ਼ੀ ਰਾਜ ਤੋਂ ਵੀ ਉਪਾਧੀ ਜਾਂ ਖਿਤਾਬ ਪ੍ਰਾਪਤ ਨਹੀਂ ਕਰ ਸਕੇਗਾ। ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਨੰਬਰ 2, ਆਜ਼ਾਦੀ ਦਾ ਅਧਿਕਾਰ। ਇਹ ਬੱਚੋ, ਇਸ ਅਧਿਕਾਰ ਨੂੰ ਤੁਸੀਂ ਪੂਰੇ ਧਿਆਨ ਦੇ ਨਾਲ ਸੁਣਨਾ ਹੈ ਕਿ ਆਜ਼ਾਦੀ ਦਾ ਅਧਿਕਾਰ ਕੀ ਹੈ। ਸੁਤੰਤਰਤਾ ਜਾਂ ਆਜ਼ਾਦੀ ਦਾ ਅਧਿਕਾਰ ਕਿਸੇ ਵੀ ਲੋਕਤੰਤਰੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ। ਠੀਕ ਹੈ ਜੀ। ਭਾਰਤੀ ਸੰਵਿਧਾਨ ਰਚਨਹਾਰਿਆਂ ਨੇ ਵੀ ਆਜ਼ਾਦੀ ਦੇ ਅਧਿਕਾਰ ਨੂੰ ਵਿਸ਼ੇਸ਼ ਮਹੱਤਵ ਦੇ ਕੇ ਸੰਵਿਧਾਨ ਵਿੱਚ ਪ੍ਰਮੁੱਖ ਰੂਪ ਵਿੱਚ ਸ਼ਾਮਲ ਕੀਤਾ ਹੈ। ਸਾਡੇ ਸੰਵਿਧਾਨ ਦੇ 19ਵੇਂ ਅਨੁਛੇਦ ਅਧੀਨ ਹੇਠ ਲਿਖੀਆਂ ਸੁਤੰਤਰਤਾਵਾਂ ਸਾਨੂੰ, ਕਹਿਣ ਦਾ ਭਾਵ ਨਾਗਰਿਕਾਂ ਨੂੰ ਪ੍ਰਾਪਤ ਜਾਂ ਪ੍ਰਦਾਨ ਕੀਤੀਆਂ ਗਈਆਂ ਹਨ। ਸੋ ਆਪਾਂ ਦੇਖਦੇ ਹਾਂ ਕਿ ਸਾਨੂੰ ਕਿਹੜੀਆਂ-ਕਿਹੜੀਆਂ ਆਜ਼ਾਦੀਆਂ ਸੰਵਿਧਾਨ ਨੇ, ਕਾਨੂੰਨ ਨੇ ਕਿਹੜੀਆਂ-ਕਿਹੜੀਆਂ ਆਜ਼ਾਦੀਆਂ ਜਾਂ ਸੁਤੰਤਰਤਾਵਾਂ ਸਾਨੂੰ ਦਿੱਤੀਆਂ ਹਨ। ਠੀਕ ਹੈ ਜੀ। ਨੰਬਰ 1, ਭਾਸ਼ਣ ਅਤੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ। ਅਸੀਂ ਕਿਤੇ ਵੀ ਭਾਸ਼ਣ ਦੇ ਸਕਦੇ ਹਾਂ, ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹਾਂ, ਪਰ ਸ਼ਰਤ ਕੀ ਹੈ ਕਿ ਅਸੀਂ ਗਾਲਾਂ ਨਹੀਂ ਕੱਢਣੀਆਂ। ਸੋ ਅਸੀਂ ਕਿਸੇ ਦਾ ਵਿਰੋਧ ਕਰ ਸਕਦੇ ਹਾਂ, ਭਾਸ਼ਣ ਦੇ ਸਕਦੇ ਹਾਂ, ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹਾਂ। ਇਹ ਸਾਨੂੰ ਸਾਡੇ ਸੰਵਿਧਾਨ ਨੇ ਆਜ਼ਾਦੀ ਦਿੱਤੀ ਹੈ। ਹਥਿਆਰਾਂ ਤੋਂ ਬਿਨਾਂ ਸ਼ਾਂਤਮਈ ਰੂਪ ਵਿੱਚ ਇਕੱਠੇ ਹੋਣ ਦੀ ਆਜ਼ਾਦੀ। ਅਸੀਂ ਇਕੱਠੇ ਹੋ ਕੇ ਕਿਸੇ ਵੀ ਸਰਕਾਰ ਦਾ ਵਿਰੋਧ ਪ੍ਰਦਰਸ਼ਨ ਅਸੀਂ ਕਰ ਸਕਦੇ ਹਾਂ, ਪਰ ਸਾਨੂੰ ਇਹ ਅਧਿਕਾਰ ਜ਼ਰੂਰ ਹੈ ਕਿ ਅਸੀਂ ਸ਼ਾਂਤਮਈ ਢੰਗ ਦੇ ਨਾਲ ਇਕੱਠੇ ਹੋ ਸਕਦੇ ਹਾਂ। ਸਾਨੂੰ ਆਜ਼ਾਦੀ ਹੈ। ਨੰਬਰ 3, ਸਮੂਹ ਜਾਂ ਸੰਘ ਬਣਾਉਣ ਦੀ ਆਜ਼ਾਦੀ। ਠੀਕ ਹੈ ਜੀ। ਨੰਬਰ 4, ਸਮੁੱਚੇ ਭਾਰਤ ਵਿੱਚ ਤੁਰਨ ਫਿਰਨ ਦੀ ਆਜ਼ਾਦੀ। ਸੋ ਅਸੀਂ ਚਾਹੇ ਜਿਵੇਂ ਅਸੀਂ ਪੰਜਾਬੀ ਹਾਂ, ਚਾਹੇ ਅਸੀਂ ਹਰਿਆਣੇ ਜਾਈਏ, ਚਾਹੇ ਅਸੀਂ ਹਿਮਾਚਲ ਪ੍ਰਦੇਸ਼ ਜਾਈਏ, ਚਾਹੇ ਅਸੀਂ ਹੁਣ ਤਾਂ ਜੰਮੂ ਕਸ਼ਮੀਰ 'ਚ ਵੀ ਜਾ ਕੇ ਅਸੀਂ ਜਗ੍ਹਾ ਲੈ ਸਕਦੇ ਹਾਂ। ਸੋ ਬਹੁਤ ਅਸੀਂ ਭਾਰਤ ਵਿੱਚ ਕਿਤੇ ਵੀ ਜਾ ਸਕਦੇ ਹਾਂ, ਸਾਨੂੰ ਆਜ਼ਾਦੀ ਹੈ। ਬਸ ਇੰਨਾ ਧਿਆਨ ਰੱਖਣਾ ਹੈ ਕਿ ਅਸੀਂ ਜਾ ਕੇ ਉਸ ਰਾਜ ਦੇ ਕਾਨੂੰਨ ਦੇ ਹਿਸਾਬ ਦੇ ਨਾਲ ਰਹਿਣਾ ਹੈ, ਉਸ ਰਾਜ ਦੇ ਕਾਨੂੰਨ ਨੂੰ ਫੋਲੋ ਕਰਨਾ ਹੈ, ਉਸ ਨੂੰ ਤੋੜਨਾ ਨਹੀਂ। ਤੇ ਇਹਦੇ ਵਿੱਚ 5ਵਾਂ ਨੰਬਰ ਹੈ ਦੇਸ਼ ਦੇ ਕਿਸੇ ਵੀ ਭਾਗ ਵਿੱਚ ਰਹਿਣ ਤੇ ਘਰ ਬਣਾਉਣ ਦੀ ਆਜ਼ਾਦੀ, ਜਿਹੜੀ ਕਿ ਸ਼ਾਇਦ ਮੈਂ ਪਹਿਲਾਂ ਵੀ ਤੁਹਾਡੇ 4ਥੇ ਨੰਬਰ ਤੇ ਵੀ ਦੱਸ ਚੁੱਕਾ ਹੈ। ਅਸੀਂ ਦੇਸ਼ ਦੇ ਕਿਸੇ ਵੀ ਰਾਜ ਵਿੱਚ ਜਾ ਕੇ
ਆਪਣਾ ਘਰ ਬਣਾ ਸਕਦੇ ਹਾਂ, ਅਸੀਂ ਰਹਿ ਸਕਦੇ ਹਾਂ। ਭਾਰਤ ਦੇ ਤਕਰੀਬਨ ਸਾਰੇ ਭਾਗਾਂ ਵਿੱਚ, ਬਹੁਤੇ ਭਾਗਾਂ ਵਿੱਚ ਅਸੀਂ ਜਾ ਕੇ ਰਹਿ ਸਕਦੇ ਹਾਂ। ਸਾਨੂੰ ਘਰ ਬਣਾਉਣ ਦੀ ਆਜ਼ਾਦੀ ਹੈ। ਸਾਰਾ ਭਾਰਤ ਇੱਕ ਹੈ। ਤੇ ਉਸ ਤੋਂ ਬਾਅਦ ਹੈਗਾ ਲਾਸਟ, ਕੋਈ ਵੀ ਕਾਰੋਬਾਰ ਕਰਨ ਦੀ ਆਜ਼ਾਦੀ, ਜਾਂ ਕੋਈ ਵੀ ਕਾਰੋਬਾਰ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਸ਼ੁਰੂ ਕਰਨ ਦੀ ਆਜ਼ਾਦੀ। ਸੋ ਇਹ ਵੀ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਹੈ ਕਿ ਅਸੀਂ ਚਾਹੇ ਦਿੱਲੀ ਚਲੇ ਜਾਈਏ, ਚਾਹੇ ਅਸੀਂ ਮੁੰਬਈ ਚਲੇ ਜਾਈਏ, ਚਾਹੇ ਅਸੀਂ ਬੰਗਲੌਰ ਚਲੇ ਜਾਈਏ, ਚਾਹੇ ਅਸੀਂ ਤਾਮਿਲਨਾਡੂ ਚਲੇ ਜਾਈਏ, ਅਸੀਂ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਜਾ ਕੇ ਅਸੀਂ ਆਪਣਾ ਵਪਾਰ ਸ਼ੁਰੂ ਕਰ ਸਕਦੇ ਹਾਂ। ਇਹ ਸਾਨੂੰ ਕੁਝ ਆਜ਼ਾਦੀ ਦੇ ਅਧਿਕਾਰ ਸਨ। ਇਸ ਤੋਂ ਬਾਅਦ ਅਸੀਂ ਨੰਬਰ 3 ਤੇ ਕੀ ਦੇਖਦੇ ਹਾਂ? ਸ਼ੋਸ਼ਣ ਦੇ ਵਿਰੁੱਧ ਆਜ਼ਾਦੀ। ਸ਼ੋਸ਼ਣ ਕੀ ਹੁੰਦਾ ਹੈ? ਸ਼ੋਸ਼ਣ ਨੂੰ ਜੇ ਮੈਂ ਆਮ ਸ਼ਬਦਾਂ ਵਿੱਚ ਕਹਾਂ ਤਾਂ ਇਸ ਨੂੰ ਧੱਕਾ ਵੀ ਆਪਾਂ ਕਹਿ ਸਕਦੇ ਹਾਂ, ਕੁਝ ਗਲਤ ਕਰਨਾ ਵੀ ਕਹਿ ਸਕਦੇ ਹਾਂ। ਭਾਰਤੀ ਸੰਵਿਧਾਨ ਵਿੱਚ ਮਨੁੱਖ ਦੁਆਰਾ ਖਰੀਦੋ ਫਰੋਖਤ ਭਾਵ ਮਨੁੱਖੀ ਵਪਾਰ ਦੀ ਮਨਾਹੀ ਕੀਤੀ ਗਈ ਹੈ। ਇਸੇ ਤਰ੍ਹਾਂ ਬਿਨਾਂ ਤਨਖਾਹ ਦੇ ਜ਼ਬਰਦਸਤੀ ਕੰਮ ਕਰਾਉਣ, ਜਦੋਂ ਕੋਈ ਬਿਨਾਂ ਤਨਖਾਹ ਦਿੱਤਿਆਂ ਜ਼ਬਰਦਸਤੀ ਕੰਮ ਕਰਾਉਂਦਾ ਹੈ, ਉਸ ਦੀ ਵੀ ਸਖਤ ਮਨਾਹੀ ਹੈ। ਇਹਨਾਂ ਸਾਰਿਆਂ ਦੀ ਉਲੰਘਣਾ ਕਰਨ ਵਾਲੇ ਨੂੰ ਜਿਹੜੀ ਹੈਗੀ ਹੈ ਉਹ ਸਖਤ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ। ਠੀਕ ਹੈ ਜੀ। ਜਿਵੇਂ ਭਾਰਤ ਵਿੱਚ, ਜੇ ਮੈਂ ਉਦਾਹਰਨ ਦੇਵਾਂ ਬੱਚਿਓ ਤੁਹਾਡੇ ਲਈ, ਤਾਂ ਭਾਰਤ ਵਿੱਚ ਇੱਕ ਕਾਨੂੰਨ ਬਣਿਆ ਹੋਇਆ ਹੈ ਕਿ 14 ਸਾਲ ਤੋਂ ਘੱਟ ਉਮਰ ਦਾ ਬੱਚਾ, ਜੇ ਆਪਾਂ ਇੱਥੇ ਪਿੱਛੇ ਦੇਖਦੇ ਹਾਂ ਕਿ ਛੋਟੇ ਛੋਟੇ ਬੱਚੇ ਹਨ, ਇਹਨਾਂ ਨੇ ਇੱਟਾਂ ਚੱਕੀਆਂ ਹੋਈਆਂ ਹਨ, ਪਰ ਅੱਜ ਭਾਰਤ ਦੇ ਵਿੱਚ ਇੱਕ ਸਿੱਖਿਆ ਦਾ ਕਾਨੂੰਨ ਹੈ, ਸਿੱਖਿਆ ਦੇ ਅਧਿਕਾਰ ਦਾ ਕਾਨੂੰਨ ਹੈ, ਜਿਹੜਾ ਇਹ ਕਹਿੰਦਾ ਹੈ ਕਿ 14 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਨੂੰ ਕਿਸੇ ਵੀ ਕਾਰਖਾਨੇ ਦੇ ਵਿੱਚ ਲਗਾਇਆ ਨਹੀਂ ਜਾ ਸਕਦਾ, ਜਿਸ ਨਾਲ ਉਹਨਾਂ ਬੱਚਿਆਂ ਦਾ ਵਿਕਾਸ ਹੀ ਰੁਕ ਜਾਵੇ। ਸੋ ਇਸ ਨੂੰ ਆਖਦੇ ਹਨ ਸ਼ੋਸ਼ਣ ਦੇ ਵਿਰੁੱਧ ਅਧਿਕਾਰ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਧਾਰਮਿਕ ਸੁਤੰਤਰਤਾ ਦਾ ਅਧਿਕਾਰ। ਇਹ ਵੀ ਬਹੁਤ ਮਹੱਤਵਪੂਰਨ ਜੋ ਹੈ ਉਹ ਇੱਕ ਬਿੰਦੂ ਹੈ, ਉਹ ਇੱਕ ਪੁਆਇੰਟ ਹੈ ਜੋ ਸਾਨੂੰ ਸੰਵਿਧਾਨ ਨੇ ਦਿੱਤਾ ਹੈ। ਸਾਡੇ ਸੰਵਿਧਾਨ ਵਿੱਚ ਭਾਰਤ ਨੂੰ ਧਰਮ ਨਿਰਪੱਖ ਜਿਹੜਾ ਰਾਜ ਹੈ ਐਲਾਨਿਆ ਗਿਆ ਹੈ। ਇਸ ਦਾ ਅਰਥ ਹੈ ਕਿ ਭਾਰਤ ਦਾ ਆਪਣਾ ਕੋਈ ਧਰਮ ਨਹੀਂ ਹੈ। ਸਾਨੂੰ ਪਤਾ ਹੈ ਸਾਡੇ ਦੇਸ਼ ਵਿੱਚ ਹਿੰਦੂ ਵੀ ਰਹਿੰਦੇ ਹਨ, ਮੁਸਲਿਮ ਵੀ ਰਹਿੰਦੇ ਹਨ, ਸਿੱਖ ਵੀ ਰਹਿੰਦੇ ਹਨ, ਈਸਾਈ ਵੀ ਰਹਿੰਦੇ ਹਨ, ਜੈਨ ਵੀ ਰਹਿੰਦੇ ਹਨ, ਬੌਧ ਧਰਮ ਨੂੰ ਮੰਨਣ ਵਾਲੇ ਵੀ ਰਹਿੰਦੇ ਹਨ, ਪਾਰਸੀ ਵੀ ਰਹਿੰਦੇ ਹਨ। ਬਹੁਤ ਸਾਰੇ ਧਰਮ ਹਨ ਸਾਡੇ ਦੇਸ਼ ਵਿੱਚ। ਕਈਆਂ ਧਰਮਾਂ ਦਾ ਤਾਂ ਸ਼ਾਇਦ ਸਾਨੂੰ ਪਤਾ ਵੀ ਨਹੀਂ ਹੋਏਗਾ, ਇੰਨੇ ਧਰਮ ਰਹਿੰਦੇ ਹਨ। ਪਰ ਸਾਡੇ ਦੇਸ਼ ਦੀ ਸਰਕਾਰ ਦਾ ਕੋਈ ਧਰਮ ਨਹੀਂ ਹੈ, ਉਹ ਧਰਮ ਨਿਰਪੱਖ ਹੈ। ਰਾਜ ਦੀ ਨਜ਼ਰ ਵਿੱਚ ਸਾਰੇ ਧਰਮ ਬਰਾਬਰ ਹੁੰਦੇ ਹਨ। ਠੀਕ ਹੈ ਜੀ। ਤੇ ਰਾਜ ਸਾਰੇ ਧਰਮਾਂ ਦਾ ਬਰਾਬਰ ਆਦਰ ਸਤਿਕਾਰ ਕਰੇਗਾ। ਰਾਜ ਕਿਸੇ ਵੀ ਧਰਮ ਵਿੱਚ ਦਖਲ ਅੰਦਾਜ਼ੀ ਨਹੀਂ ਕਰੇਗਾ। ਇੱਥੇ ਰਾਜ ਦਾ ਮਤਲਬ ਫਿਰ ਸਰਕਾਰ ਤੋਂ ਹੈ। ਇੱਥੇ ਇੱਕ ਚੀਜ਼ ਮੈਂ ਹੋਰ ਦੱਸਣੀ ਚਾਹੁੰਦਾ ਹਾਂ ਕਿ ਸਰਕਾਰ ਹੈ ਉਹ ਕੋਈ ਵੀ ਫੈਸਲਾ ਧਰਮ ਦੇ ਅਧਿਕਾਰ ਤੇ ਨਹੀਂ ਕਰ ਸਕਦੀ ਅਤੇ ਹਰੇਕ ਨਾਗਰਿਕ ਨੂੰ ਕਿਸੇ ਵੀ ਧਰਮ ਨੂੰ ਮੰਨਣ, ਉਸ ਦਾ ਪ੍ਰਚਾਰ ਕਰਨ ਅਤੇ ਚੰਦਾ ਇਕੱਠਾ ਕਰਨ ਦੀ ਆਜ਼ਾਦੀ ਹੈ। ਸੋ ਭਾਰਤ ਦਾ ਕੋਈ ਵੀ ਨਾਗਰਿਕ ਕਿਸੇ ਵੀ ਧਰਮ ਨੂੰ ਮੰਨ ਸਕਦਾ ਹੈ, ਉਹ ਉਸ ਦਾ ਪ੍ਰਚਾਰ ਕਰ ਸਕਦਾ ਹੈ, ਉਸ ਲਈ ਉਹ ਚੰਦਾ ਇਕੱਠਾ ਕਰ ਸਕਦਾ ਹੈ। ਵਿਦਿਅਕ ਅਤੇ ਸੱਭਿਆਚਾਰਕ ਅਧਿਕਾਰ, ਇਸ ਬਾਰੇ ਮੈਂ ਥੋੜੀ ਜਿਹੀ ਗੱਲ ਤੁਹਾਡੇ ਨਾਲ ਪਹਿਲਾਂ ਵੀ ਕਰ ਚੁੱਕਾ ਹਾਂ ਕਿ ਭਾਰਤ ਵਿੱਚ ਜਿਵੇਂ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕ ਹਨ, ਵੱਖ-ਵੱਖ ਬੋਲੀਆਂ ਬੋਲਣ ਵਾਲੇ ਵੀ ਲੋਕ ਹਨ ਤੇ ਵੱਖ-ਵੱਖ ਸੱਭਿਆਚਾਰ ਵਾਲੇ ਲੋਕ ਵੀ ਵਸਦੇ ਹਨ। ਇਹਨਾਂ ਵਿੱਚ ਬਹੁਤੇ ਘੱਟ ਗਿਣਤੀਆਂ ਵਿੱਚ ਸ਼ਾਮਲ ਹਨ। ਅਜਿਹੇ ਘੱਟ ਗਿਣਤੀ ਲੋਕਾਂ ਲਈ ਸਾਡੇ ਸੰਵਿਧਾਨ ਵਿੱਚ ਹੇਠ ਲਿਖੇ ਜਿਹੜੇ ਹਨ ਉਹ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਕੀ ਹੈ? ਸਰਕਾਰੀ ਵਿਦਿਅਕ ਸੰਸਥਾਵਾਂ ਵਿੱਚ ਜਾਂ ਰਾਜ ਵੱਲੋਂ ਵਿੱਤੀ ਸਹਾਇਤਾ ਪ੍ਰਾਪਤ ਵਿਦਿਅਕ ਸੰਸਥਾਵਾਂ ਵਿੱਚ ਦਾਖਲਾ ਦੇਣ ਵੇਲੇ ਧਰਮ, ਭਾਸ਼ਾ, ਜਾਤੀ, ਰੰਗ ਜਾਂ ਨਸਲ ਆਦਿ ਦੇ ਆਧਾਰ ਤੇ ਕੋਈ ਭਿੰਨ ਭੇਦ ਨਹੀਂ ਕੀਤਾ ਜਾਏਗਾ। ਸੋ ਜਿੰਨੀਆਂ ਵੀ ਸਰਕਾਰੀ ਵਿਦਿਅਕ ਸੰਸਥਾਵਾਂ ਹਨ, ਸਰਕਾਰੀ ਸਕੂਲ ਹਨ, ਸਰਕਾਰੀ ਕਾਲਜਸ ਹਨ, ਉੱਥੇ
ਕਿਸੇ ਵੀ ਧਰਮ ਦਾ ਬੱਚਾ ਜਾ ਕੇ ਦਾਖਲਾ ਲੈ ਸਕਦਾ ਹੈ। ਉਸ ਨੂੰ ਉਸ ਸਕੂਲ ਦਾ ਮੁਖੀ ਜਾਂ ਉਸ ਕਾਲਜ ਦਾ ਮੁਖੀ ਜਾਂ ਉਸ ਸੰਸਥਾ ਦਾ ਮੁਖੀ ਇਹ ਕਹਿ ਕੇ ਨਹੀਂ ਵਾਪਸ ਮੋੜ ਸਕਦਾ ਕਿ ਸੌਰੀ ਬੇਟਾ, ਤੇਰੀ ਫਲਾਨੀ ਜਾਤੀ ਹੈ, ਤੈਨੂੰ ਐਡਮਿਸ਼ਨ ਨਹੀਂ ਮਿਲ ਸਕਦਾ। ਸੋ ਸਕੂਲ ਵਿੱਚ, ਕਾਲਜ ਵਿੱਚ, ਕਿਸੇ ਵੀ ਸੰਸਥਾ ਵਿੱਚ ਬੱਚਾ ਜਿਹੜਾ ਹੈਗਾ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਬੱਚਾ ਦਾਖਲਾ ਲੈ ਸਕਦਾ ਹੈ। ਅਗਲਾ ਬਿੰਦੂ ਹੈ ਧਰਮ ਆਧਾਰਿਤ ਘੱਟ ਗਿਣਤੀਆਂ ਨੂੰ ਆਪਣੀ ਇੱਛਾ ਅਨੁਸਾਰ ਸਿੱਖਿਆ ਸੰਸਥਾਵਾਂ ਬਣਾਉਣ ਦਾ ਅਧਿਕਾਰ ਦਿੱਤਾ ਗਿਆ ਹੈ। ਬੱਚੋ ਇਸ ਬਿੰਦੂ ਨੂੰ ਸਮਝਣਾ ਹੈ। ਇਹ ਕੀ ਕਹਿੰਦਾ ਹੈ ਕਿ ਕੋਈ ਵੀ ਜਾਤੀ ਜਿਹਨੂੰ ਭਾਰਤ ਦੇ ਸੰਵਿਧਾਨ ਨੇ ਅਲਪ ਸੰਖਿਅਕ ਜਾਤੀ ਦਾ ਜਿਹੜਾ ਨਾਂ ਦਿੱਤਾ ਹੋਇਆ ਹੈ, ਉਸ ਜਾਤੀ ਨੂੰ ਜਾਂ ਉਸ ਜਾਤੀ ਨੂੰ ਮੰਨਣ ਵਾਲੇ ਨੂੰ ਇਹ ਸੰਵਿਧਾਨ ਨੇ ਅਧਿਕਾਰ ਦਿੱਤਾ ਹੈ ਕਿ ਉਹ ਜੇਕਰ ਭਾਰਤ ਵਿੱਚ ਘੱਟ ਗਿਣਤੀ ਹੈ ਤਾਂ ਉਹ ਆਪਣੀ ਇੱਛਾ ਅਨੁਸਾਰ ਵਿਦਿਅਕ ਸੰਸਥਾਵਾਂ ਜਿਹੜੀਆਂ ਹਨ ਉਹ ਖੋਲ੍ਹ ਸਕਦਾ ਹੈ ਅਤੇ ਸਿੱਖਿਆ ਦਾ ਪ੍ਰਸਾਰ ਜਿਹੜਾ ਹੈ ਉਹ ਵਧਾ ਸਕਦਾ ਹੈ। ਹਰੇਕ ਸੰਪਰਦਾਇ ਨੂੰ ਆਪਣੀ ਭਾਸ਼ਾ ਜਾਂ ਲਿਪੀ ਦੀ ਸੁਰੱਖਿਆ ਅਤੇ ਵਿਕਾਸ ਕਰਨ ਦਾ ਅਧਿਕਾਰ ਹੈ। ਇਸ ਤੋਂ ਬਾਅਦ ਆਪਾਂ ਅਗਲੀ ਗੱਲ ਕਰਦੇ ਹਾਂ ਸੰਵਿਧਾਨਿਕ ਉਪਚਾਰਾਂ ਜਾਂ ਉਪਾਵਾਂ ਦਾ ਅਧਿਕਾਰ। ਇਹ ਬੱਚਿਓ ਕੀ ਹੈ? ਸੰਵਿਧਾਨ ਦੁਆਰਾ ਜਿੱਥੇ ਰਾਜ ਦੇ ਨਾਗਰਿਕਾਂ ਨੂੰ ਅਧਿਕਾਰ ਦਿੱਤੇ ਗਏ ਹਨ ਉੱਥੇ ਇਹਨਾਂ ਅਧਿਕਾਰਾਂ ਦਾ ਸਤਿਕਾਰ ਕਰਨਾ ਅਤੇ ਲਾਗੂ ਕਰਨਾ ਵੀ ਜ਼ਰੂਰੀ ਕੀਤਾ ਜਾਂਦਾ ਹੈ। ਜੇਕਰ ਕਿਸੇ ਵੇਲੇ ਸਰਕਾਰ ਇਹਨਾਂ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ ਤਾਂ ਨਾਗਰਿਕਾਂ ਕੋਲ ਇਹਨਾਂ ਦੀ ਰਾਖੀ ਲਈ ਕੁਝ ਕਾਨੂੰਨੀ ਉਪਾਅ ਹੋਣੇ ਵੀ ਚਾਹੀਦੇ ਹਨ। ਭਾਰਤੀ ਸੰਵਿਧਾਨ ਅਨੁਸਾਰ ਜੇਕਰ ਸਰਕਾਰ ਦੁਆਰਾ ਨਾਗਰਿਕਾਂ ਦੇ ਅਧਿਕਾਰਾਂ ਵਿਰੁੱਧ ਕੰਮ ਕੀਤਾ ਜਾਂਦਾ ਹੈ ਤਾਂ ਨਾਗਰਿਕ ਆਪਣੇ ਅਧਿਕਾਰਾਂ ਦੀ ਰਾਖੀ ਲਈ ਅਦਾਲਤਾਂ ਦੇ ਵਿੱਚ ਜਾ ਕੇ ਉਸ ਨੂੰ ਚੁਣੌਤੀ ਦੇ ਸਕਦੇ ਹਨ। ਠੀਕ ਹੈ ਬੱਚਿਓ, ਮਤਲਬ ਕਹਿਣ ਦਾ ਇਹ ਹੈ ਕਿ ਸਾਡੇ ਕੋਲ ਅਧਿਕਾਰ ਹਨ ਕਿ ਜੇਕਰ ਸਰਕਾਰ ਸਾਡੇ ਅਧਿਕਾਰ ਨੂੰ ਦਬਾਉਂਦੀ ਹੈ ਤਾਂ ਅਸੀਂ ਆਪਣੇ ਅਧਿਕਾਰ ਲਈ ਕੋਰਟ ਵਿੱਚ ਜਾਂ ਅਦਾਲਤ ਵਿੱਚ ਜਾ ਸਕਦੇ ਹਾਂ ਜਿੱਥੇ ਜੱਜ ਫੈਸਲਾ ਕਰਦੇ ਹਨ ਕਿ ਸਰਕਾਰ ਨੇ ਇਹ ਗਲਤੀ ਕੀਤੀ ਹੈ ਜਾਂ ਨਹੀਂ ਗਲਤੀ ਕੀਤੀ। ਸੋ ਅਖੀਰ ਵਿੱਚ ਸਿੱਟਾ ਕੀ ਨਿਕਲਦਾ ਹੈ ਕਿ ਆਪਾਂ ਉੱਪਰ ਜੋ ਵੀ ਦੇਖਿਆ ਹੈ ਕਿ ਸਾਡੇ ਦੇਸ਼ ਦੇ ਸੰਵਿਧਾਨ ਦੁਆਰਾ ਦੇਸ਼ ਦੇ ਨਾਗਰਿਕਾਂ ਨੂੰ ਦਿੱਤੇ ਗਏ ਵੱਖ-ਵੱਖ ਅਧਿਕਾਰਾਂ ਬਾਰੇ ਆਪਾਂ ਜਾਣਕਾਰੀ ਜਿਹੜੀ ਪ੍ਰਾਪਤ ਕੀਤੀ ਹੈ। ਇਹ ਸੁਤੰਤਰਤਾ ਭਾਰਤ ਦਾ ਹਰੇਕ ਨਾਗਰਿਕ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਮਾਣ ਸਕਦਾ ਹੈ। ਹੁਣ ਆਪਾਂ ਇਸ ਤੋਂ ਅੱਗੇ ਆਪਣੇ ਕਰਤੱਵਾਂ ਦੀ ਵੀ ਗੱਲ ਕਰਦੇ ਹਾਂ। ਅਧਿਕਾਰ ਤਾਂ ਸਾਨੂੰ ਸੰਵਿਧਾਨ ਨੇ ਦੇ ਦਿੱਤੇ ਪਰ ਉਸ ਦੇ ਨਾਲ ਦੀ ਨਾਲ ਸਾਡੇ ਕੁਝ ਕਰਤੱਵ ਵੀ ਹਨ। ਅਧਿਕਾਰ ਅਤੇ ਕਰਤੱਵ ਇੱਕ ਹੀ ਸਿੱਕੇ ਦੇ ਦੋ ਪਾਸੇ ਹਨ। ਅਧਿਕਾਰ ਅਤੇ ਕਰਤੱਵ ਨਾਲ-ਨਾਲ ਚੱਲਦੇ ਹਨ। ਅਧਿਕਾਰਾਂ ਦੀ ਹੋਂਦ ਲਈ ਕਰਤੱਵ ਵੀ ਜ਼ਰੂਰੀ ਹਨ ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਕਰਤੱਵਾਂ ਤੋਂ ਬਿਨਾਂ ਅਧਿਕਾਰ ਹੋਂਦ ਵਿੱਚ ਨਹੀਂ ਰਹਿ ਸਕਦੇ। ਇਸ ਲਈ ਬਹੁਤ ਸਾਰੇ ਦੇਸ਼ਾਂ ਨੇ ਆਪਣੇ ਨਾਗਰਿਕਾਂ ਦੇ ਅਧਿਕਾਰਾਂ ਨਾਲ ਸੰਵਿਧਾਨ ਵਿੱਚ ਉਹਨਾਂ ਦੇ ਮੂਲ ਕਰਤੱਵ ਵੀ ਅੰਕਿਤ ਕੀਤੇ ਹੋਏ ਹਨ। ਜਿਵੇਂ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਹੈ ਕਿ ਭਾਰਤ ਦੇ ਜਿਹੜੇ ਹਨ ਮੌਲਿਕ ਸੰਵਿਧਾਨ ਵਿੱਚ ਨਾਗਰਿਕਾਂ ਦੇ ਕਰਤੱਵਾਂ ਦੀ ਵਿਵਸਥਾ ਨਹੀਂ ਕੀਤੀ ਗਈ ਸੀ ਪਰ 1976 ਦੇ ਵਿੱਚ 42ਵੀਂ ਸੰਵਿਧਾਨਕ ਸੋਧ ਰਾਹੀਂ ਇੱਕ ਨਵਾਂ ਭਾਗ ਜੋੜਿਆ ਜਿਹੜਾ ਕਿ 4A ਸੀ। ਉਹਨੂੰ ਜੋੜ ਕੇ ਨਾਗਰਿਕਾਂ ਦੇ ਕੁਝ ਜਿਹੜੇ ਹਨ ਹੇਠ ਲਿਖੇ ਕਰਤੱਵ ਵੀ ਸੰਵਿਧਾਨ ਦੇ ਵਿੱਚ ਅੰਕਿਤ ਕੀਤੇ ਗਏ। ਕਿਹੜੇ-ਕਿਹੜੇ ਹਨ? ਸੰਵਿਧਾਨ ਦੀ ਪਾਲਣਾ ਕਰਨਾ, ਇਸ ਦੇ ਆਦਰਸ਼ਾਂ, ਸੰਸਥਾਵਾਂ, ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਗੀਤ ਦਾ ਸਨਮਾਨ ਕਰਨਾ। ਇਸ ਤੋਂ ਬਾਅਦ ਹੈ ਆਜ਼ਾਦੀ ਲਈ ਕੀਤੇ ਗਏ ਰਾਸ਼ਟਰੀ ਸੰਘਰਸ਼ ਨੂੰ ਉਤਸ਼ਾਹਿਤ ਕਰਨ ਵਾਲੇ ਆਦਰਸ਼ਾਂ ਦਾ ਸਨਮਾਨ ਕਰਨਾ ਤੇ ਉਹਨਾਂ ਦੀ ਪਾਲਣਾ ਕਰਨੀ। ਉਸ ਤੋਂ ਬਾਅਦ ਹੈ ਭਾਰਤ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਦਾ ਸਮਰਥਨ ਕਰਨਾ ਅਤੇ ਉਸ ਦੀ ਰੱਖਿਆ ਕਰਨੀ। ਦੇਸ਼ ਦੀ ਰੱਖਿਆ ਅਤੇ ਪੁਕਾਰ ਤੇ ਰਾਸ਼ਟਰੀ ਸੇਵਾ ਕਰਨੀ। ਜਿਵੇਂ ਕਿ ਅਸੀਂ ਫੋਟੋ ਵਿੱਚ ਦੇਖ ਰਹੇ ਹਾਂ ਕਿ ਸਾਡੀ ਆਰਮੀ ਹੈ। ਸੋ ਜਦੋਂ ਜੇ ਦੇਸ਼ ਨੂੰ ਲੋੜ ਹੋਵੇ ਤਾਂ ਦੇਸ਼ ਦੀ ਮਦਦ ਵੀ ਕਰਨੀ। 5ਵਾਂ ਨੰਬਰ ਹੈ ਧਾਰਮਿਕ, ਭਾਸ਼ਾਈ, ਖੇਤਰ ਜਾਂ ਵਰਗੀ ਭਿੰਨਤਾਵਾਂ ਤੋਂ ਉੱਤੇ ਉੱਠ ਕੇ ਭਾਰਤ ਦੇ ਸਾਰੇ ਲੋਕਾਂ ਵਿੱਚ ਮੇਲ ਮਿਲਾਪ ਅਤੇ ਸਾਂਝੀ ਭਾਈਚਾਰੇ ਦੀ ਭਾਵਨਾ ਵਿਕਸਿਤ ਕਰਨਾ।
ਅਤੇ ਇਸਤਰੀਆਂ ਦੇ ਗੌਰਵ ਦੀ ਨਰਾਦਰੀ ਕਰਨ ਵਾਲੀਆਂ ਪ੍ਰਥਾਵਾਂ ਦਾ ਤਿਆਗ ਕਰਨਾ। ਕਈ ਪ੍ਰਥਾਵਾਂ ਸਾਡੇ 'ਚ ਇੱਦਾਂ ਦੀਆਂ ਸਨ, ਉਹਨਾਂ ਦਾ ਅਸੀਂ ਜਿਵੇਂ ਸਤੀ ਪ੍ਰਥਾ ਸੀ, ਜਾਂ ਦਾਜ ਮੰਗਣ ਵਾਲੀ ਪ੍ਰਥਾ ਸੀ, ਜਾਂ ਉਹ ਭਰੂਣ ਹੱਤਿਆ ਹੈ, ਇਹਨਾਂ ਦਾ ਵਿਰੋਧ ਕਰਨਾ। ਸਾਂਝੇ ਸੱਭਿਆਚਾਰ ਦੇ ਸ਼ਾਨਦਾਰ ਵਿਰਸੇ ਦਾ ਆਦਰ ਕਰਨਾ ਅਤੇ ਇਸ ਨੂੰ ਕਾਇਮ ਰੱਖਣਾ। ਵਿਗਿਆਨਕ ਸਭਾ ਮਾਨਵਤਾਵਾਦ, ਜਾਂਚ ਕਰਨ ਅਤੇ ਸੁਧਾਰ ਕਰਨ ਦੀ ਭਾਵਨਾ ਦਾ ਵਿਕਾਸ ਕਰਨਾ। ਜੰਗਲਾਂ, ਝੀਲਾਂ, ਨਦੀਆਂ, ਜੀਵਨ ਅਤੇ ਕੁਦਰਤੀ ਵਾਤਾਵਰਣ ਦੀ ਰੱਖਿਆ ਕਰਨੀ ਅਤੇ ਜੀਵ ਜੰਤੂਆਂ ਪ੍ਰਤੀ ਦਇਆ ਵੀ ਕਰਨੀ। ਕਿਉਂਕਿ ਬੱਚਿਓ, ਜਿਹੜੇ ਜੰਗਲ, ਝੀਲਾਂ ਅਤੇ ਨਦੀਆਂ ਜਾਂ ਜੰਗਲੀ ਜੀਵਨ ਜਾਂ ਕੁਦਰਤੀ ਵਾਤਾਵਰਣ ਦੀ ਆਪਾਂ ਰੱਖਿਆ ਦੀ ਗੱਲ ਕਰ ਰਹੇ ਹਾਂ, ਇਹ ਅੱਜ ਦੇ ਮਨੁੱਖ ਦੀ ਬਹੁਤ ਵੱਡੀ ਲੋੜ ਹੈ। ਕਿਉਂਕਿ ਜਿਵੇਂ ਅਸੀਂ ਦੇਖਦੇ ਹਾਂ ਕਿ ਸਾਡੇ ਭਾਰਤ ਵਿੱਚ ਜੋ ਵਾਤਾਵਰਣ ਹੈ, ਜੋ ਜਲਵਾਯੂ ਹੈ, ਉਹ ਬਦਲ ਰਹੀ ਹੈ, ਮੌਸਮ ਬਦਲ ਰਹੇ ਹਨ। ਕਿਤੇ ਵਰਖਾ ਘੱਟ ਹੋ ਰਹੀ ਹੈ, ਕਿਤੇ ਵਰਖਾ ਵੱਧ ਹੋ ਰਹੀ ਹੈ। ਕਈ ਜੰਗਲੀ ਜੀਵ ਇਸ ਤਰ੍ਹਾਂ ਦੇ ਹਨ ਜੋ ਮੁੱਕ ਰਹੇ ਹਨ। ਸੋ ਸਾਨੂੰ ਅੱਜ ਲੋੜ ਹੈ ਕਿ ਅਸੀਂ ਇਹਨਾਂ ਜੰਗਲੀ ਜੀਵਾਂ 'ਤੇ, ਸਾਡੀਆਂ ਨਦੀਆਂ 'ਤੇ, ਜੰਗਲੀ ਜੀਵਨ 'ਤੇ ਕੁਦਰਤੀ ਜਿਹੜਾ ਵਾਤਾਵਰਨ ਹੈ, ਅਸੀਂ ਉਸ ਲਈ ਵੀ ਕੰਮ ਕਰੀਏ। ਇਸ ਤੋਂ ਅੱਗੇ ਹੈ ਜਨਤਕ ਸੰਪਤੀ ਦੀ ਰੱਖਿਆ ਕਰਨਾ ਤੇ ਹਿੰਸਾ ਦਾ ਤਿਆਗ ਕਰਨਾ। ਬੱਚਿਓ, ਅਸੀਂ ਕੀ ਦੇਖਦੇ ਹਾਂ ਕਿ ਸਾਡੇ ਭਾਰਤ ਵਿੱਚ ਜਦੋਂ ਵੀ ਕਿਸੇ ਤਰ੍ਹਾਂ ਦਾ ਕੋਈ ਪ੍ਰਦਰਸ਼ਨ ਹੁੰਦਾ ਹੈ, ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਅੰਦੋਲਨ ਹੁੰਦਾ ਹੈ, ਤਾਂ ਉਸ ਸਮੇਂ ਸਾਡੇ ਦੇਸ਼ ਵਿੱਚ ਜੋ ਜਨਤਕ ਪ੍ਰਾਪਰਟੀ ਹੈ, ਜਿਵੇਂ ਅਸੀਂ ਰੇਲ ਦੇ ਡਿੱਬਿਆਂ ਦੀ ਗੱਲ ਕਰਦੇ ਹਾਂ, ਬੱਸਾਂ ਦੀ ਗੱਲ ਕਰਦੇ ਹਾਂ, ਇਹਨਾਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ। ਸੋ ਸਾਨੂੰ ਲੋੜ ਹੈ, ਜਾਂ ਸਾਡਾ ਇਹ ਕਰਤੱਵ ਹੈ, ਸੰਵਿਧਾਨ ਦੇ ਵਿੱਚ ਸਾਨੂੰ ਇਹ ਕਰਨ ਤੋਂ ਮਨ੍ਹਾ ਕੀਤਾ ਹੈ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਕੰਮ ਵੀ ਨਾ ਕਰੀਏ ਜਿਹੜੀ ਕਿ ਸਰਵਜਨਕ ਜੋ ਸਾਡੀ ਪ੍ਰਾਪਰਟੀ ਹੈ ਉਸ ਦਾ ਨੁਕਸਾਨ ਹੋਵੇ। ਅਗਲਾ ਨੰਬਰ ਹੈ ਵਿਅਕਤੀਗਤ ਅਤੇ ਸਮੂਹਿਕ ਗਤੀਵਿਧੀਆਂ ਦੇ ਹਰੇਕ ਖੇਤਰ ਵਿੱਚ ਉੱਤਮਤਾ ਹਾਸਲ ਕਰਨਾ। ਠੀਕ ਹੈ ਜੀ। ਇਸ ਤੋਂ ਅੱਗੇ ਜਿਹੜਾ ਆਪਾਂ ਦੇਖਦੇ ਹਾਂ ਉਹ ਬਹੁਤ ਇੰਪੋਰਟੈਂਟ ਕਰਤੱਵ ਹੈ ਸਾਡਾ। ਉਹ ਸਾਡਾ ਇੱਕ ਸਾਨੂੰ ਜ਼ਿੰਮੇਵਾਰੀ ਸੰਵਿਧਾਨ ਨੇ ਦਿੱਤੀ ਹੈ ਕਿ ਜਿਹੜਾ ਵੀ ਮਾਤਾ ਪਿਤਾ, ਚਾਹੇ ਮਾਤਾ ਹੈ, ਚਾਹੇ ਪਿਤਾ ਹੈ, ਚਾਹੇ ਸਰਪ੍ਰਸਤ ਹੈ, ਉਹਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ 6 ਤੋਂ 14 ਸਾਲ ਦੀ ਉਮਰ ਵਾਲਾ ਜਿਹੜਾ ਉਸਦਾ ਬੱਚਾ ਹੈ, ਉਹ ਆਪਣੇ ਬੱਚੇ ਨੂੰ ਜਿਹੋ ਜਿਹੀ ਸਥਿਤੀ ਹੋਵੇ ਉਸ ਵਿੱਚ ਉਹ ਆਪਣੇ ਬੱਚੇ ਨੂੰ ਸਕੂਲ ਜ਼ਰੂਰ ਭੇਜੇਗਾ। ਉਹ ਆਪਣੇ ਬੱਚੇ ਨੂੰ ਸਿੱਖਿਆ ਦੇ ਮੌਕੇ ਹਨ, ਜੋ ਮੌਕੇ ਹਨ ਉਸ ਦੀ ਇਹ ਨਿੱਜੀ ਫਰਜ਼ ਹਨ ਕਿ ਉਹ ਉਸ ਨੂੰ ਉਹ ਮੌਕੇ ਜ਼ਰੂਰ ਪ੍ਰੋਵਾਈਡ ਜਾਂ ਉਪਲਬਧ ਕਰਵਾਏਗਾ। ਸੋ ਪਿਆਰੇ ਬੱਚਿਓ, ਇਹ ਜਿਹੜੇ ਕਰਤੱਵ ਆਪਾਂ ਪੜ੍ਹੇ ਹਨ, ਇਹਨਾਂ ਕਰਤੱਵਾਂ ਦੇ ਪਿੱਛੇ ਕਾਨੂੰਨੀ ਸ਼ਕਤੀ ਭਾਵੇਂ ਨਹੀਂ ਹੈ, ਪਰ ਨੈਤਿਕ ਸ਼ਕਤੀ ਇਹਨਾਂ ਦਾ ਮੂਲ ਆਧਾਰ ਹੈ। ਕਰਤੱਵਾਂ ਦੇ ਖੇਤਰ ਵਿੱਚ ਨੈਤਿਕ ਸ਼ਕਤੀ ਵਧੇਰੇ ਪ੍ਰਭਾਵਸ਼ਾਲੀ ਸਿੱਧ ਹੁੰਦੀ ਹੈ। ਕਰਤੱਵਾਂ ਦੀ ਪਾਲਣਾ ਵਿਅਕਤੀ ਦੇ ਸੰਸਕਾਰਾਂ, ਉਸ ਦੀ ਜ਼ਿੰਮੇਵਾਰੀ ਦੀ ਭਾਵਨਾ ਅਤੇ ਆਤਮਾ 'ਤੇ ਨਿਰਭਰ ਕਰਦੀ ਹੈ। ਸੋ ਬੱਚਿਓ, ਇਹ ਜਿਹੜੀਆਂ ਸਾਰੀਆਂ ਗੱਲਾਂ ਆਪਾਂ ਕਰਤੱਵ ਪੜ੍ਹੇ ਹਨ, ਇਹ ਸਾਡੀ ਨੈਤਿਕਤਾ 'ਤੇ ਪੈਮਾਨਾ ਵੀ ਹਨ ਕਿ ਜੇ ਅਸੀਂ ਚੰਗੇ ਕੰਮ ਕਰਾਂਗੇ, ਜੇ ਅਸੀਂ ਭਾਰਤ ਦੇ ਚੰਗੇ ਨਾਗਰਿਕ ਬਣ ਕੇ ਰਵਾਂਗੇ ਤਾਂ ਸਾਡਾ ਦੇਸ਼ ਤਰੱਕੀ ਕਰੇਗਾ ਤੇ ਸਾਡੀ ਸਮਾਜ ਵਿੱਚ ਸ਼ੋਭਾ ਵੀ ਹੋਏਗੀ। ਸਾਡੇ ਮਾਤਾ ਪਿਤਾ ਦਾ, ਅਸੀਂ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਵੀ ਕਰ ਸਕਦੇ ਹਾਂ। ਜਿਸ ਦੇਸ਼ ਦੇ ਨਾਗਰਿਕ ਪੜ੍ਹੇ ਲਿਖੇ ਅਤੇ ਚੰਗੇ ਹੁੰਦੇ ਹਨ, ਉਹ ਦੇਸ਼ ਵੀ ਅਮੀਰ ਹੁੰਦਾ ਹੈ। ਸੋ ਬੱਚਿਓ, ਮੈਂ ਆਪਣੀ ਬਾਣੀ ਨੂੰ ਹੁਣ ਇੱਥੇ ਹੀ ਰੋਕਦਾ ਹਾਂ ਕਿਉਂਕਿ ਸਮਾਂ ਲਗਭਗ ਇਸ ਪੀਰੀਅਡ ਦਾ ਹੋ ਚੁੱਕਾ ਹੈ। ਸੋ ਮੈਂ ਕੋਸ਼ਿਸ਼ ਕਰਾਂਗਾ ਕਿ ਇਸ ਵਿੱਚ ਇੱਕ ਭਾਗ ਹੋਰ ਰਹਿ ਗਿਆ ਹੈ, ਮੈਂ ਉਹ ਵੀ ਤੁਹਾਡੇ ਲਈ ਲੈ ਕੇ ਆਵਾਂ। ਉਦੋਂ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ। ਬਸ ਬੱਚਿਓ, ਇੱਕ ਬੇਨਤੀ ਹੈ ਕਿ ਪਲੀਜ਼ ਘਰਾਂ ਵਿੱਚ ਰਹਿਣਾ ਤੇ ਆਪਣਾ ਕਰੋਨਾ ਤੋਂ
ਵੱਧ ਤੋਂ ਵੱਧ ਬਚਾਅ ਕਰਨਾ। ਥੈਂਕ ਯੂ ਬੇਟਾ, ਧੰਨਵਾਦ।